ठीक है। ਤੇ ਆਪਾਂ ਵਚਨ ਦੇ ਵਿੱਚੋਂ ਦੇਖਾਂਗੇ। ਬਾਕੀ ਤਾਂ ਆਪਾਂ ਸਭ ਦੇ ਪਰਸਨਲ ਐਕਸਪੀਰੀਅੰਸ ਵੀ ਆਈ ਬਿਲੀਵ ਕਿ ਜਦੋਂ ਆਪਾਂ ਬਪਤਿਸਮਾ ਲੈ ਲਿਆ ਖਾਸ ਕਰ, ਤੇ ਜਦੋਂ ਆਪਾਂ ਯਿਸੂ ਦੇ ਬਾਰੇ ਜਦੋਂ ਮੁਕਤੀ ਦੀ ਪ੍ਰਾਰਥਨਾ ਕੀਤੀ, ਉਸ ਤੋਂ ਬਾਅਦ ਆਪਣੇ ਸਾਰਿਆਂ ਦੇ ਕੁਝ ਨਾ ਕੁਝ ਐਕਸਪੀਰੀਅੰसेस ਸ਼ੁਰੂ ਹੋ ਗਏ ਪਵਿੱਤਰ ਆਤਮਾ ਦੇ ਨਾਲ। ਇੱਕ ਪਰਸਨਲ ਐਨਕਾਊਂਟਰ ਜ਼ਰੂਰ ਹੋਇਆ ਹੋਵੇਗਾ ਕਿ ਆ ਕੀ ਹੈ। ਪਰ ਅੱਜ ਆਪਾਂ ਵਚਨ ਦੇ ਵਿੱਚੋਂ ਵੀ ਦੇਖਾਂਗੇ ਕਿ ਪਵਿੱਤਰ ਆਤਮਾ ਕੀ ਹੈ ਨਾ। ਪੁਰਾਣੇ ਜ਼ਮਾਨੇ ਦੇ ਵਿੱਚ ਮੈਂ ਇੱਥੋਂ ਸ਼ੁਰੂ ਕਰੂੰਗੀ। ਤੇ ਪੁਰਾਣੇ ਜ਼ਮਾਨੇ ਦੇ ਵਿੱਚ ਸੀਗਾ ਕਿ ਇੰਨਾ ਜ਼ੋਰ, ਜੇ ਤੁਸੀਂ ਜਾਣਦੇ ਹੋ ਨਾ ਨया ਨਿਯਮ ਤੇ ਪੁਰਾਣਾ ਨਿਯਮ, ਇੰਨਾ ਜ਼ੋਰ ਕਹਿ ਲਓ ਕਿ ਇੰਨਾ ਕਲੈਰਿਟੀ ਨਾਲ ਹੋਲੀ ਸਪਿਰਿਟ ਦੇ ਬਾਰੇ ਨਹੀਂ ਦੱਸਿਆ ਜਾਂਦਾ ਸੀਗਾ ਜਿੰਨਾ ਕਿ ਜਦੋਂ ਯਿਸੂ ਮਸੀਹ ਨੇ ਆ ਕੇ ਜਦੋਂ ਅਸੈਂਸ਼ਨ ਹੋਏ, ਮਤਲਬ ਸਵਰਗ ਦੇ ਉੱਪਰ ਚਲੇ ਗਏ, ਉਸ ਤੋਂ ਬਾਅਦ ਤੇ ਉਸ ਤੋਂ ਪਹਿਲਾਂ ਜਿਹੜਾ ਉਹ ਦੱਸ ਕੇ ਗਏ ਪੈਂਤੀਕੋਸ ਦੇ ਦਿਨ ਤੱਕ ਜਦੋਂ ਪਵਿੱਤਰ ਆਤਮਾ ਉਤਰਿਆ, ਤੇ ਉਹਦੇ ਵਿੱਚ ਬਹੁਤ ਜ਼ਿਕਰ ਹੈ ਪਵਿੱਤਰ ਆਤਮਾ क्या है। यीशु ने दसिया वो आके क्या क्या करेगा, वो सारी गल्लां ਤੁਹਾਨੂੰ ਦੱਸੇਗਾ, ਉਹ याद कराएगा जो मैं ਤੁਹਾਨੂੰ ਦੱਸ ਕੇ ਜਾਣਾ है ना, और रिमाइंड कराएगा। पवित्र आत्मा ਤੁਹਾਡੇ ਲਈ प्रार्थना में भी करेगा। ਉੱਥੇ ਲਿਖਿਆ, मैं वर्सेस नहीं पढ़ रही क्योंकि 15 मिनट्स है, 15-20 ਇੰਪੋਸੀਬਲ ਹੈ ਕਿ 15 ਮਿੰਟਸ ਦੇ ਵਿੱਚ ਉਹਨੂੰ ਐਕਸਪਲੇਨ ਕਰਨਾ, ਮਤਲਬ ਪੂਰੀ ਜ਼ਿੰਦਗੀ ਵੀ ਨਹੀਂ ਕਰ ਸਕਦੇ ਆਪਾਂ ਪੂਰੀ, ਬਟ ਜਸਟ ਲੈਟਸ ਕਿ ਆਪਾਂ ਰਿਵਾਈਜ਼ ਕਰ ਲੈਂਦੇ ਆ ਜੋ ਕੁਝ ਆਪਣਾ ਆਪਣੇ ਕੋਲ ਹੈ। ਤੇ ਉੱਥੇ ਲਿਖਿਆ ਕਿ ਉਹ ਸਿਖਾਉਣ ਵਾਲਾ, ਉਹ ਤੁਹਾਨੂੰ ਗੱਲਾਂ ਸਿਖਾਏਗਾ, ਉਹ ਮੇਰੀ ਗੱਲਾਂ ਦੇ ਵਿੱਚੋਂ ਸਿਖਾਏਗਾ ਤੁਹਾਨੂੰ। ਇਟ ਮੀਨਸ ਐਜ਼ ਅ ਟੀਚਰ ਵੀ ਹੈ ਉਹ ਆਪਣੇ ਲਈ, ਹੈਨਾ। ਤੇ ਇੱਕ ਹੋਰ ਵਰਡ ਉਹਦੇ ਲਈ ਕਿ ਆਪਾਂ ਯੂਜ਼ ਕਰਦੇ ਕੰਫਰਟਰ। ਕੰਫਰਟਰ ਵੀ ਯੂਜ਼ ਕਰਦੇ ਆ ਕਿ ਉਹ ਆਪਾਂ ਨੂੰ ਸਾਂਤਵਨਾ ਦਿੰਦਾ ਜਦੋਂ ਆਪਾਂ ਦੁਖੀ ਹੁੰਦੇ ਆ, ਕਿ ਉਹਦਾ ਆਤਮਾ ਇੱਕ ਬਾਪ ਦੇ ਵਾਂਗ ਆ ਕੇ, ਇੱਕ ਮਾਂ ਦੇ ਵਾਂਗ ਆ ਕੇ ਆਪਾਂ ਨੂੰ ਕੰਫਰਟ ਦਿੰਦਾ, ਆਪਾਂ ਨੂੰ ਪੀਸ ਦਿੰਦਾ। ਠੀਕ ਹੈ। ਤੇ ਇੱਥੇ ਮੈਂ ਰੁਕਾਂਗੀ ਔਰ ਥੋੜਾ ਜਿਹਾ ਮੈਂ ਇੱਕ ਆਪਾਂ ਕੁਐਸਚਨ ਦੇ ਵਿੱਚ ਜਾਵਾਂਗੇ ਤਾਂ ਕਿ ਇੰਟਰਸਟਿੰਗ ਬਣੇ। ਪੁਰਾਣਾ ਨਿਯਮ ਹੈ ਨਾ, ਓਲਡ ਟੈਸਟਾਮੈਂਟ ਔਰ ਨਿਊ ਟੈਸਟਾਮੈਂਟ, ਕੋਈ ਮੈਨੂੰ ਐਗਜ਼ਾਮਪਲ ਦੇ ਸਕਦਾ ਜਿੱਥੇ ਕਿ ਪੁਰਾਣੇ ਨਿਯਮ ਦੇ ਵਿੱਚ ਪਵਿੱਤਰ ਆਤਮਾ ਦਾ ਜ਼ਿਕਰ ਹੋਇਆ ਹੈ? ਪੁਰਾਣੇ ਨਿਯਮ ਦੇ ਵਿੱਚ, ਇਨ ਓਲਡ ਟੈਸਟਾਮੈਂਟ, ਕੋਈ ਵੀ ਐਗਜ਼ਾਮਪਲ ਜਿੱਥੇ ਤੁਹਾਨੂੰ ਲੱਗਦਾ ਕਿ ਪੁਰਾਣੇ ਨਿਯਮ 'ਚ ਮੈਂ ਇਸ ਚੈਪਟਰ ਦੇ ਵਿੱਚ ਜਾਂ ਫਿਰ ਉਹ ਜਦੋਂ ਮੂਸਾ ਸੀ ਜਾਂ ਫਿਰ ਕੋਈ ਵੀ ਸੀਗਾ ਉਦੋਂ ਆ ਕੁਝ ਹੋਇਆ ਸੀਗਾ, ਆਤਮਾ ਦਾ ਜ਼ਿਕਰ ਹੋਇਆ ਸੀ। ਬਾਈਬਲ ਦੀ ਸਟਾਰਟਿੰਗ 'ਚ ਪਰਮੇਸ਼ਰ ਦਾ ਆਤਮਾ ਪਾਣੀਆਂ ਦੇ ਉੱਤੇ ਮੰਡਰਾ ਰਿਹਾ। ਹਾਂ, ਕਿਉਂਕਿ ਉੱਥੇ ਲਿਖਿਆ ਹੈ ਉਤਪੱਤੀ ਦੀ ਇੱਕ ਦੇ ਹੈ ਨਾ, ਇੱਕ ਦੇ ਵਿੱਚ ਕਿ ਪਰਮੇਸ਼ਰ ਦਾ ਆਤਮਾ ਮੰਡਰਾਂਦਾ ਸੀਗਾ, ਮਤਲਬ ਮੰਡਰਾਂਦਾ ਮਤਲਬ ਹੋਵਰਿੰਗ ਕਰਦਾ ਸੀ ਉਹਨਾਂ ਦੇ ਉੱਪਰ, ਤੇ ਧਰਤੀ ਬੇਡੋਲ ਸੀਗੀ ਉਹਦੇ ਉੱਪਰ ਹੋਵਰ ਅਰਾਊਂਡ ਕਰਦਾ ਸੀ। ਤੇ ਉਸ ਤੋਂ ਬਾਅਦ ਕੀ ਹੋਇਆ, ਜਦੋਂ ਉਹਦੇ ਉੱਪਰ ਮੰਡਰਾਂਦਾ ਸੀਗਾ ਹੈ ਨਾ, ਮਤਲਬ ਨੀਵੀਆਂ ਉੱਚੀਆਂ ਨੀਵੀਆਂ ਥਾਵਾਂ ਤੇ ਬੇਡੋਲ ਥਾਵਾਂ ਤੇ ਜਦੋਂ ਮੰਡਰਾਂਦਾ ਸੀ, ਸਪੋਜ਼ ਕਰੋ ਆਪਣੇ ਉੱਤੇ ਅੱਜ ਮੰਡਰਾਂਦਾ ਹੈ, ਤੇ ਉਹ ਕਿਹਾ ਸੀ ਉਹ ਫਾਰਮ 'ਚ ਆ ਗਈਆਂ ਸੀਗੀਆਂ, ਉਹ ਫਾਰਮ 'ਚ ਆ ਗਈਆਂ ਸੀ। ਆਪਣੀ ਲਾਈਫ ਵੀ ਅੱਜ ਬਹੁਤ ਸਾਰੀ ਏਦਾਂ ਬੇਡੋਲ ਜੀਆਂ ਹੈ ਨਾ, ਮਤਲਬ ਕਿੱਥੇ ਕੁਝ ਐਕਸਪੈਕਟੇਸ਼ਨਸ ਕੁਝ ਹੋਰ ਕਰਦੇ ਆ, ਹੋ ਕੁਝ ਹੋਰ ਜਾਂਦਾ ਹੈ। ठीक है। ਤੇ ਆਪਾਂ ਇਨਵਾਈਟ ਕਰੇ ਕਿ ਅੱਜ ਆਓ ਹੋਲੀ ਸਪਿਰਿਟ ਮੇਰੇ ਉੱਪਰ ਅੱਜ ਮੰਡਰਾਓ, ਮਤਲਬ ਐਸਾ ਮੰਡਰਾਓ ਜੈਸਾ ਉਸ ਦਿਨ ਕ੍ਰੀਏਸ਼ਨ ਦੇ ਟਾਈਮ ਤੇ ਤੁਸੀਂ ਧਰਤੀ ਦੇ ਉੱਪਰ ਮੰਡਰਾਏ ਸੀ ਔਰ ਉਹ ਫਾਰਮ 'ਚ ਆ ਗਈ ਸੀ। ਆਪਣੀ ਲਾਈਫ, ਆਪਣੀ ਸਪਿਰਿਟਸ, ਸਪਿਰਿਚੁਅਲ ਲਾਈਫ ਦੀ ਗੱਲ ਹੀ ਨਹੀਂ, ਆਪਣੀ ਫਿਜ਼ੀਕਲ ਲਾਈਫ ਵੀ, ਕਿਉਂਕਿ ਧਰਤੀ ਫਿਜ਼ੀਕਲੀ ਦਿਖਾਈ ਦਿੰਦੀ ਆਪਾਂ ਨੂੰ। ਕੋਈ ਐਵੇਂ ਨਹੀਂ ਕਿ ਅਰਥ ਇੱਕ ਪਲੈਨਟ ਹੈ, ਉਹਦਾ ਕਲਰ ਬਲੂ ਹੈ, ਉੱਥੇ ਸਕਾਈ ਹੈ, ਐਸਾ ਕੁਝ ਨਹੀਂ ਹੈ। ਆਪਾਂ ਇੱਥੇ ਖੜੇ ਆਪਾਂ ਮਤਲਬ ਪ੍ਰੈਜ਼ੈਂਟ ਆਪਾਂ ਦੇਖਦੇ ਆ ਕਿ ਮਾਊਂਟੇਨਸ ਹੈਗੇ, ਸਕਾਈ ਬਲੂ ਹੈ, ਪ੍ਰੈਕਟੀਕਲੀ ਦਿਖਾਈ ਦਿੰਦਾ ਹੈ। ਉਹ ਫਾਰਮ ਦੇ ਵਿੱਚ ਸਿਰਫ ਸਪਿਰਿਟ ਨੂੰ ਲੈ ਕੇ ਨਹੀਂ, ਆਪਣੀ ਜ਼ਿੰਦਗੀਆਂ ਵੀ ਫਾਰਮ 'ਚ ਆ ਜਾਣਗੀਆਂ, ਆਪਣੀ ਬੋਡੀਜ਼ ਵੀ ਫਾਰਮ 'ਚ ਆ ਜਾਣਗੀਆਂ। ਠੀਕ ਹੈ। ਔਰ ਆਪਾਂ ਐਗਜ਼ਾਮਪਲਸ ਦੀ ਗੱਲ ਕਰ ਰਹੇ ਸੀਗੇ, ਇੱਕ ਐਗਜ਼ਾਮਪਲ ਹੋ ਗਿਆ ਬਹੁਤ ਅੱਛਾ। ਚਲੋ ਇੱਕ ਹੋਰ ਓਲਡ ਟੈਸਟਾਮੈਂਟ ਦੇ ਵਿੱਚੋਂ, ਯੂ ਕੈਨ ਟੇਕ ਟਾਈਮ। ਸੈਮਸੰਗ ਦੇ ਉੱਤੇ ਪਵਿੱਤਰ ਆਤਮਾ ਜਿਹੜਾ ਸੀ ਬਲ ਦੇ ਨਾਲ ਉਤਰਦਾ ਸੀ ਉਹਦੇ ਉੱਪਰ। ਹਿੰਦੀ 'ਚ ਕੀ ਹੁੰਦਾ ਸੈਮਸੰਗ ਦਾ, ਪੰਜਾਬੀ 'ਚ ਸ਼ਿਮਸ਼ੋਨ, ਸ਼ਿਮਸ਼ੋਨ ਦੇ ਉੱਪਰ। ਹਾਂ ਹੋਰ, ਹਾਂ ਸ਼ਿਮਸ਼ੋਨ ਦੇ ਉੱਪਰ ਉਤਰਦਾ ਸੀ। और नवजोत नहीं, यहाँ पे कोई टेस्ट नहीं है, बट जस्ट मैं ओके मतलब इन्वॉल्व कर रही हूँ। ठीक है। तो चलो आप उस च देख लें, मैंने ਇਹਦੇ ਵਿੱਚ मतलब ज़्यादा मैं नोट्स नहीं बनाया, पर जो एक बसलेल नाम ਦਾ ਸੀਗਾ, ਜਦੋਂ ਤੁਹਾਨੂੰ ਪਤਾ ਹੈ ਕਿ ਜਦੋਂ ਖੁਦਾ ਨੇ ਉਹਨੂੰ ਆਗਿਆ ਦਿੱਤੀ ਮੂਸਾ ਨੂੰ ਕਿ ਜਾ ਕੇ ਤੂੰ ਟੈਂਪਲ ਬਣਾ, ਤੇ ਉਹਦੀ ਟੈਂਪਲ ਦੀ ਕੰਸਟਰਕਸ਼ਨ ਖੁਦਾ ਨੇ ਦਿਖਾਈ ਸੀ ਕਿਸੇ ਨੇ ਕਿ ਜਾ ਕੇ ਤੂੰ ਦੇਖ ਲੈ ਜੈਸਾ ਨਕਸ਼ਾ ਮੈਂ ਤੈਨੂੰ ਦਿਖਾਣਾ ਉੱਥੇ ਹੀ। ਤੇ ਉੱਥੇ ਇੱਕ ਜ਼ਿਕਰ ਸੀਗਾ ਇੱਕ ਬੰਦੇ ਦਾ ਕਿ ਬਸਲੇਲ ਦੇ ਉੱਪਰ ਕਿਆ ਬੁੱਧੀ ਦਾ ਆਤਮਾ, ਪਵਿੱਤਰ ਆਤਮਾ, ਬੁੱਧੀ ਦਾ ਆਤਮਾ ਉਹਦੇ ਉੱਪਰ ਆਇਆ ਤੇ ਉਹਨੇ ਉਹਨੂੰ ਜ਼ਾਹਿਰ ਕੀਤਾ ਕਿ ਖੰਭੇ ਕਿਵੇਂ ਬਣਾਣੇ ਹੈ ਨਾ, ਉਹ ਸਾਰਾ ਟੈਬਰਨੇਕਲ ਉਹ ਕਿਵੇਂ ਬਣਾਣਾ ਹੈ। ठीक है। तो शिमशोन वाला भी एक एग्जांपल हो गया, क्रिएशन वाला भी एक एग्जांपल हो गया ना। तो आप जानते हैं ऐसे बहुत से, पर खुले तरीके नाल जिक्र नहीं सीगा। गिडियन याद है, गिडियन गिदोन है ना, ते ओदे ऊपर भी सीगा ਜਦੋਂ ਉਹਨੂੰ ਪਰਮੇਸ਼ਰ ਬੁਲਾਉਂਦੇ ਆ, ਤੇ ਉਹਦੇ ਉੱਪਰ ਵੀ ਸੀਗਾ। ਤੇ ਨਿਊ ਟੈਸਟਾਮੈਂਟ ਦੇ ਵਿੱਚ ਤਾਂ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਚੇਲਿਆਂ ਦੇ ਉੱਪਰ ਉਤਰਿਆ। ठीक है। और एक नवी चीज़ ऐड करना चाहूँगी कि इन्होंने दिनों च मतलब मैंने आ नहीं पता, पर जो इतों के चर्चिज है वो पता है उन्होंने अकॉर्डिंग जो ऑर्थोडॉक्स है उन्होंने अकॉर्डिंग किहड़े डेज चल रहे हैं,
ਪਤਾ ਹੈ ਹੋਲੀ ਸਪਿਰਿਟ ਦਾ ਡੇ ਆ Praise God, yes ਹਨਾ ਉਹਨਾਂ ਦੇ ਆਹ ਵਾਲੇ ਡੇਜ਼ ਚੱਲ ਵੀ ਹੁਣ ਜਿਹੜਾ ਫਰਾਈਡੇ ਆਊਗਾ ਨਾ ਫਰਾਈਡੇ ਆਊਗਾ ਉਸ ਦਿਨ ਉਹ ਮੰਨਦੇ ਕਿ ਉਸ ਦਿਨ ਪਵਿੱਤਰ ਆਤਮਾ ਉਤਰ ਆਇਆ ਸੀਗਾ ਈਸਟਰ ਤੋਂ ਬਾਅਦ 40 ਡੇਜ਼ ਨਾ 40 ਡੇਜ਼ ਤੋਂ ਬਾਅਦ ਜਿਸ ਉੱਪਰ ਚਲੇ ਗਏ ਉਸ ਤੋਂ ਬਾਅਦ 10 ਕੋ ਦਿਨ ਹੋਰ ਉਹਨਾਂ ਨੇ ਲਗਾਏ ਹੈ ਨਾ ਮਤਲਬ 12 ਪਤਾ ਨਹੀਂ 10 ਦਿਨ ਜਦੋਂ ਪਵਿੱਤਰ ਆਤਮਾ ਥੱਲੇ ਆਇਆ ਉਹਨੇ ਕਿਹਾ ਵੀ ਮੈਂ ਜਾਣਨਾ ਉਸ ਤੋਂ ਬਾਅਦ ਪਵਿੱਤਰ ਤਾਂ ਐਵੇਂ ਕਾਊਂਟ ਕਰਕੇ ਚੱਲਦੇ ਕਿ 40 + 10 ਫਿਰ ਉਸ ਤੋਂ ਬਾਅਦ 10 ਤੇ ਫਰਾਈਡੇ ਨੂੰ ਬਿਲੀਵ ਕਰਦੇ ਕਿ ਜੋ ਫਰਾਈਡੇ ਹੁਣ ਆਏਗਾ ਨਾ ਜੋ ਸੰਡੇ ਆਏਗਾ ਤੇ ਦੇ ਆਰ ਗੋਇੰਗ ਟੂ ਸੈਲੀਬ੍ਰੇਟ ਕਿ ਪਵਿੱਤਰ ਆਤਮਾ ਉਹਨਾਂ ਦੇ ਉੱਪਰ ਆਇਆ ਸੀਗਾ ਠੀਕ ਹੈ ਤੇ ਕਿਆ ਚਿੰਨ੍ਹ ਹੈਗੇ ਹੈ ਕਿਆ ਚਿੰਨ੍ਹ ਹੈਗੇ ਆ ਬਾਈਬਲ ਦੇ ਵਿੱਚੋਂ ਹੀ ਸਭ ਆਪਾਂ ਮੇਰੀ ਤਰਫ ਤੋਂ ਨਹੀਂ ਗੱਲ ਕਰ ਰਿਹਾ ਜਿਸ ਤਰ੍ਹਾਂ ਆਪਾਂ ਚਿੰਨ੍ਹ ਦੀ ਗੱਲ ਕਰਦੇ ਕਿ ਪਵਿੱਤਰ ਆਤਮਾ ਜਦੋਂ ਉਤਰ ਆਉਂਦਾ ਹੈ ਇੱਕ ਤਾਂ ਹੋ ਗਿਆ ਕਿ ਅਨੰਤ ਭਾਸ਼ਾ ਆਪਾਂ ਬੋਲਣ ਲੱਗਦੇ ਆ ਉਹ ਤਾਂ ਇੱਕ ਸਿੰਬਲ ਹੋ ਗਿਆ ਨਾ ਉਹਦਾ ਸਿੰਬਲ ਹੋ ਗਿਆ ਕਿ ਆਪਾਂ ਅਨੰਤ ਭਾਸ਼ਾ ਬੋਲਦੇ ਆ ਠੀਕ ਹੈ ਹੋਰ ਕਿਆ ਕਿਸੇ ਨਾਲ ਐਸਾ ਹੋਇਆ ਕਿ ਪਹਿਲਾਂ ਜਦੋਂ ਆਪਾਂ ਪੜ੍ਹਦੇ ਸੀਗੇ ਤੇ ਸਿਰਫ ਪੜ੍ਹਦੇ ਸੀ ਸਮਝ ਨਹੀਂ ਆਉਂਦੀ ਸੀ ਮੈਨੂੰ ਮਤਲਬ कई बार अंदर के पढ़े जा रहा कि हाँ मतलब आहा साम है तेरा झूठ उसमें बसने लगेगा मतलब के कौन किथे तो हुण समझ आंदी है ना तो पवित्र आत्मा क्या है वो समझदा आत्मा है जे किसी ਨੂੰ ਬੁੱਧ ਦੀ ਘਾਟ ਹੈ ਆਪਾਂ ਨੂੰ ਸਮਝ ਨਹੀਂ ਆ ਰਹੀ ਕਿ ਕੀ ਡਿਸੀਜਨਸ ਲੈਣੇ ਹੈ ਪ੍ਰੈਕਟੀਕਲੀ ਗੱਲ ਕਰਾਂਗੇ ਕਿ ਕੀ ਡਿਸੀਜਨਸ ਲੈਣੇ ਹੈ ਬਾਈਬਲ ਦੇ ਵਿੱਚੋਂ ਵੀ ਸਮਝ ਨਹੀਂ ਆ ਰਹੀ ਕਿ ਚਲੋ ਯੋ ਮੇਰਾ ਚਰਵਾਹਾ ਹੈ ਮਤਲਬ ਸਮਝ ਨਹੀਂ ਆ ਰਹੀ ਇਸ ਚੀਜ਼ ਇਹ ਭੇਦ ਨਹੀਂ ਖੋਲ ਰਿਹਾ ਤੇ ਪਰਮੇਸ਼ਰ ਦਾ ਆਤਮਾ ਕੀ ਭੇਦਾਂ ਨੂੰ ਖੋਲਣ ਵਾਲਾ ਪ੍ਰਗਟ ਕਰਨ ਵਾਲਾ ਪਰਮੇਸ਼ਰ ਉਹ 12 ਦੇ ਉੱਪਰ ਉਤਰਿਆ ਹਨਾ ਤੇ ਬ੍ਰਦਰ ਨੇ ਹੁਣੇ ਜ਼ਾਹਿਰ ਕੀਤਾ ਕਿ 12 ਸੀਗੇ ਉਹਨਾਂ ਨੇ ਧਰਤੀ ਨੂੰ ਹਿਲਾ ਕੇ ਰੱਖ ਦਿੱਤਾ ਹਾਂਜੀ ਆਪਣੀ ਸਾਮਰਥ ਤੋਂ ਨਹੀਂ ਮੇਰੇ ਮਤਲਬ ਬੰਦੇ ਹੀ ਹੋਣਗੇ ਨਾ ਤੇ ਮੈਂ ਕੱਲ ਪਰਸੋਂ ਮੈਂ ਸੋਚ ਵੀ ਰਹੀ ਸੀਗੀ ਪਤਰਸ ਦੇ ਬਾਰੇ ਜਦੋਂ ਉਹ ਕਹਿੰਦੇ ਨਾ ਉਹ ਵਾਲਾ Song ਆ ਰਿਹਾ ਸੀ ਮੇਰੇ ਮਨ 'ਚ ਜਿਹੜਾ ਤੁਸੀਂ ਗਾਉਂਦੇ ਆ ਨਾ ਕਿ ਪਤਰਸ ਨਾਂ ਦੇ ਚੇਲੇ ਨੂੰ ਪਾਣੀ ਉੱਤੇ ਚਲਾਇਆ ਹੈ ਨਾ ਤੇ ਉਹ ਵਾਲਾ ਮੇਰੇ ਆ ਰਿਹਾ ਸੀਗਾ ਤੇ ਮੈਨੂੰ ਐਵੇਂ ਲੱਗਾ ਵੀ ਪਾਣੀ ਉੱਤੇ ਚੱਲਣਾ ਮਤਲਬ ਓਬਵੀਅਸਲੀ ਵੀ ਦੇਖੋ ਪਤਰਸ ਉਹ ਸੀਗਾ ਮਛਵਾਰਾ ਸੀਗਾ ਸਵਿਮਿੰਗ ਤਾਂ ਉਹਨੂੰ ਨੋ ਡਾਊਟ ਆਉਂਦੀ ਹੋਏਗੀ ਮੇਰੇ ਤਰ੍ਹਾਂ ਤਾਂ ਨਹੀਂ ਹੋਏਗਾ ਨਾ ਸਵਿਮਿੰਗ ਤਾਂ ਉਹਨੂੰ ਆਉਂਦੀ ਹੋਏਗੀ ਕਿਉਂਕਿ ਮਛਵਾਰਾ ਹੈ ਤੇ ਫਿਰ ਉਹਦੇ ਲਈ ਮਤਲਬ ਉਹਨੇ ਕਿਵੇਂ ਫੀਲ ਕੀਤਾ ਕਿ ਪਾਣੀ ਦੇ ਉੱਪਰ ਤੈਰਨਾ ਜਾਂ ਫਿਰ ਪਾਣੀ ਦੇ ਉੱਪਰ ਚੱਲਣਾ ਜਿਹੜਾ ਮੈਨੂੰ ਆਂਦਾ ਉਸ ਤੋਂ ਡਿਫਰੈਂਟ ਉਹਨੂੰ ਹੋਇਆ ਪਾਣੀ ਦੇ ਉੱਪਰ ਪਹਿਲਾਂ ਵੀ ਤਾਂ ਸਵਿਮ ਕਰਦਾ ਹੀ ਹੋਏਗਾ ਕਦੇ ਨਾ ਕਦੇ ਤਾਂ ਉੱਤੇ ਕਈ ਇੱਥੇ ਮੈਂ ਦੇਖਿਆ ਲੋਕੀ ਨਾ ਐਵੇਂ ਫਲੈਟ ਲੇਟ ਜਾਂਦੇ ਆ ਤੇ ਤੈਰਦੇ ਰਹਿੰਦੇ ਪਰ ਪਤਰਸ ਨੂੰ ਐਸਾ ਕੀ ਮਹਿਸੂਸ ਹੋ ਗਿਆ ਕਿ ਉਹਨੂੰ ਇੱਥੇ ਪਤਾ ਲੱਗਾ ਕੁਝ ਡਿਫਰੈਂਟ ਹੋਇਆ ਕੁਝ ਡਿਫਰੈਂਟ ਹੋਇਆ ਆ ਸਵਿਮਿੰਗ ਤੋਂ ਡਿਫਰੈਂਟ ਹੈ ਆ ਉਹਨਾਂ ਸਕਿੱਲਸ ਤੋਂ ਡਿਫਰੈਂਟ ਹੈ ਕਿ ਜੋ ਹੁਣ ਮੈਂ ਉਸ ਤੇ ਚੱਲ ਲਿਆ ਪਾਣੀ ਵੀ ਉਹੀ ਸੀਗਾ ਸੀ ਵੀ ਉਹੀ ਸੀ ਉਹਦਾ ਪ੍ਰੋਫੈਸ਼ਨ ਵੀ ਉਹੀ ਸੀ ਸਵਿਮਿੰਗ ਵੀ ਉਹਨੂੰ ਆਂਦੀ ਹੋਏਗੀ ਬਿਲੀਵ ਕਰ ਰਹੇ ਆਪਾਂ ਠੀਕ ਹੈ ਕਿਉਂਕਿ ਉਹਨੂੰ ਆਤਮਾ ਦੇ ਥਰੂ ਜਿਵੇਂ ਉਹਨੇ ਯਿਸੂ ਨੇ ਕਿਹਾ ਤਾਂ ਉਹਨੂੰ ਪਤਾ ਲੱਗ ਗਿਆ ਉਹ ਚੀਜ਼ ਤੇ ਐਸਾ ਹੀ ਹੈ ਆਪਾਂ ਵੀ ਕੁਝ ਨਾ ਕੁਝ ਕਰਦੇ ਆ ਪਰ ਜਦੋਂ ਜੋ ਕੰਮ ਆਪਾਂ ਪਰਮੇਸ਼ਰ ਦੀ ਔਰ ਤੋਂ ਕਰਾਂਗੇ ਨਾ ਆਪਾਂ ਨੂੰ ਆਤਮਾ 'ਚ ਪਤਾ ਚੱਲ ਜਾਏਗਾ ਕਿ ਇਹ ਪਰਮੇਸ਼ਰ ਦੀ ਔਰਤਾਂ ਹੈ ਤੇ ਜੇ ਨਹੀਂ ਹੈ ਤੇ ਉੱਥੇ ਲਿਖਿਆ ਕਿ ਉਹ ਕੰਫਰਟਰ ਵੀ ਉਹ ਬੁੱਧੀ ਦੇਣ ਵਾਲਾ ਵੀ ਹੈ ਜੇ ਕਿਸੇ ਨੂੰ ਬੁੱਧੀ ਦੀ ਘਾਟ ਹੈ ਉਹ ਮੇਰੇ ਕੋਲੋਂ ਮੰਗੀ ਉਹਨੇ ਕਿਹਾ ਹੈ ਨਾ ਤੇ ਹੁਣ ਜਿਵੇਂ ਆਪਾਂ ਕਹਿ ਨਹੀਂ ਦਿੰਦੇ ਕਿ ਆਪਾਂ ਮੰਨ ਲਓ ਇੱਥੇ ਦੀਪਕ ਜਾਂ ਫਿਰ ਜਗੂ ਕੋਈ ਵੀ ਡਿਕਲੇਅਰ ਕਰਦੇ ਕਿ ਜੇ ਕਿਸੇ ਨੂੰ ਐਵੇਂ ਨਾ ਮਤਲਬ ਪੈਸਿਆਂ ਦੀ ਲੋੜ ਹੋਵੇ ਤੇ ਮੇਰੇ ਤੋਂ ਆ ਕੇ ਲੈ ਸਕਦੇ ਹੋ ਹੈ ਨਾ ਖੁੱਲਾ ਸੱਦਾ ਵੀ ਤੁਸੀਂ ਲੈ ਸਕਦੇ ਵੀ ਵਿਲ ਅਪਰੋਚ ਆਪਾਂ ਸੱਚੀ ਮੰਗੇ ਵੀ ਚੱਲ ਹੁਣ ਥੋੜਾ ਤਾਂ ਦੇਖ ਹੀ ਜਾ ਤੂੰ ਤੇ ਪਰਮੇਸ਼ਰ ਜਦੋਂ ਆ ਕਹਿ ਰਿਹਾ ਹੈ ਕਿ ਆਸਕ ਵਟਐਵਰ ਯੂ ਵਾਂਟ ਬੁੱਧੀ ਹੈ ਨਾ ਸਮਝ ਦਾ ਆਤਮਾ ਪਵਿੱਤਰ ਆਤਮਾ ਮੰਗ ਤੇ ਮੈਂ ਤੈਨੂੰ ਦੇ ਦਾਂਗਾ ਨਾ ਉਹ ਵਾਲਾ ਬੱਚਾ ਆਪਾਂ ਨੂੰ ਯਾਦ ਹੈ ਕਿ ਬੱਚਾ ਜੇ ਉਹ ਮੰਗਦਾ ਹੈ ਅੰਡਾ ਮੰਗਦਾ ਹੈ ਤੇ ਜਾਂ ਫਿਰ ਮੱਛਲੀ ਮੰਗਦਾ ਹੈ ਤੇ ਉਹਨੂੰ ਸੱਪ ਕਿਉਂ ਦੇਗਾ ਹੈ ਨਾ ਤੇ ਜੇ ਉਹ ਕਹਿ ਰਿਹਾ ਕਿ ਗਿਵ ਐਂਡ ਟੇਕ ਵਾਲਾ ਵੀ ਨਹੀਂ ਉਹ ਕਹਿ ਰਿਹਾ ਕਿ ਗਿਵ ਵਾਲਾ ਓਨਲੀ ਦੇਣ ਵਾਲੇ ਦੀ ਗੱਲ ਕਰ ਰਿਹਾ ਉਹ ਨਹੀਂ ਕਹਿ ਰਿਹਾ ਕਿ ਤੂੰ ਆਈ ਤੇ ਆ ਦੇਵਾਂਗਾ ਮਤਲਬ ਇੰਨੇ ਪੈਸੇ ਤੇ ਫਿਰ ਤੂੰ ਇਹ ਖਰੀਦ ਸਕਦਾ ਖਰੀਦਦਾਰੀ ਨਹੀਂ ਹੈ ਉਹਨੇ ਫ੍ਰੀਲੀ ਆਫਰ ਕੀਤਾ ਹੈ ਕਿ ਤੁਸੀਂ ਵਿਜ਼ਡਮ ਵੀ ਮੰਗ ਸਕਦੇ ਹੋ ਬੁੱਧ ਮੰਗ ਸਕਦੇ ਪਵਿੱਤਰ ਆਤਮਾ ਮੰਗ ਸਕਦੇ ਜੋ ਕੁਝ ਵੀ ਪਰ ਉਹਦੇ ਲਈ ਕਿ ਆਪਾਂ ਜੋ ਜਿੱਥੋਂ ਸਟਾਰਟਿੰਗ ਕੀਤੀ ਕਿ ਆਪਾਂ ਨੂੰ ਇੱਕ ਮਨ ਹੋਣਾ ਜ਼ਰੂਰੀ ਹੈ ਤੇ ਪਵਿੱਤਰ ਆਤਮਾ ਕਿਹਾ ਕਿ ਇੱਕ ਤਾਂ ਥਰਡ ਪਰਸਨ ਹੈ ਕਈ ਵਾਰੀ ਮਤਲਬ ਪੁਰਾਣੇ ਨਿਯਮ 'ਚ ਇੰਨਾ ਰੈਵੀਲੇਸ਼ਨ ਨਹੀਂ ਸੀਗਾ ਇਸ ਚੀਜ਼ ਦਾ ਤੇ ਆਪਾਂ ਇਹਨੂੰ ਕਿਹਾ ਕਹਿੰਦੇ ਵੀ ਚਲੋ ਠੀਕ ਹੈ ਇਟਸ ਅ ਥਿੰਗ ਜਾਂ ਫਿਰ ਕਈ ਕੀ ਐਵੇਂ ਵੀ ਮੰਨਦੇ ਆ ਜੋ ਵੱਖਰੇ ਡਿਨੋਮੀਨੇਸ਼ਨਸ ਹੈਗੇ ਕ੍ਰਿਸਚੀਅਨਿਟੀ ਦੇ ਵਿੱਚ ਠੀਕ ਹੈ ਉਹ ਮੰਨਦੇ ਵੀ ਜਸਟ ਇੱਕ ਪਾਵਰ ਹੈ ਇੱਕ ਪਾਵਰ ਆਂਦੀ ਹੈ ਉਤਰੀ ਕੰਮ ਕੀਤਾ ਚਲੇ ਗਏ ਠੀਕ ਹੈ ਤੇ ਪੁਰਾਣੇ ਜ਼ਮਾਨੇ ਦਾ ਉਸ ਦੇ ਮੁਤਾਬਿਕ ਸੀਗਾ ਕਿ ਆਤਮਾ ਸੇ ਫਰਕ ਇਹਨਾਂ ਸੀਗਾ ਕਿ ਉਹ ਆਂਦਾ ਸੀ ਤੇ ਚਲਾ ਜਾਂਦਾ ਸੀ ਬਸ ਲੇਨ ਦੇ ਉੱਪਰ ਆਇਆ ਕੰਸਟਰਕਸ਼ਨ ਹੋਈ ਚਲਾ ਗਿਆ ਸੈਮਸਨ ਦੇ ਉੱਪਰ ਆਇਆ ਉਹ ਚਲਾ ਗਿਆ ਇੱਕ ਆਪਣੇ ਪਰਪਸ ਨੂੰ ਪੂਰਾ ਕਰਕੇ ਗਿਦਿਓਨ ਨੇ ਲੜਾਈ ਲੜਨੀ ਸੀ ਦਾਊਦ ਨੇ ਲੜੀਆਂ ਜਿੱਤਿਆ ਉਹਨਾਂ ਤੇ ਆਇਆ ਆਤਮਾ ਤੇ ਚਲਾ ਗਿਆ ਐਲੀ ਯਾਜਕ ਪ੍ਰੀਸਟ ਸੈਮਸਨ ਜੋ ਵੀ ਸੈਮੂਅਲ ਹੈਨਾ ਉਹਨਾਂ ਦੇ ਉੱਪਰ ਆਂਦਾ ਸੀ ਤੇ ਠਹਿਰਦਾ ਸੀਗਾ ਥੋੜੀ ਦੇਰ ਫਿਰ ਚਲਾ ਜਾਂਦਾ ਸੀ ਬਟ ਇੱਥੇ ਕੀ ਹੈ ਆਪਣੇ ਲਈ ਗੁੱਡ ਨਿਊਜ਼ ਹੈ ਕਿ ਆਪਾਂ ਤਾਂ ਮਤਲਬ ਉਹਨਾਂ ਦੇ ਤਾਂ ਨਾਮ ਇੱਥੇ ਬਾਈਬਲ 'ਚ ਹੈ ਆਪਣੇ ਤਾਂ ਨਾਮ ਵੀ ਰਹੇਗੀ ਤੇ ਉਹਨਾਂ ਨੂੰ ਤਾਂ ਫਿਰ ਵੀ ਉਹਨਾਂ ਤੇ ਆਇਆ ਤੇ ਥੋੜੀ ਦੇਰ ਠਹਿਰਿਆ ਤੇ ਚਲਾ ਗਿਆ ਤੇ ਆਪਣੇ ਲਈ ਕੀ ਹੈ ਆਪਣੇ ਵਰਗਿਆਂ ਲਈ ਉਹਨੇ ਪ੍ਰੋਮਿਸ ਕੀਤਾ ਹੈ that I will never leave you
I will not forsake you. मैं तेनू कदे ना छड्डांगा ना ही कदे त्यागांगा। जब मेरा आत्मा आएगा तू सामर्थ पाएगा, जब मेरा आत्मा आएगा तू कंफर्ट पाएगा। मतलब वो सदा सदा तेरे नाल रहेगा, कदे भी तेनू छड्ड के नहीं जाएगा, कदे भी छड्ड के नहीं जाएगा। इतना बड़ा प्रिविलेज है उन्हें अपन वहां दिता। मतलब मेन डिफरेंस मैनू आ लगदा ओल्ड टेस्टामेंट ते न्यू टेस्टामेंट विच कि आंदा सीगा पवित्र आत्मा पर चला जांदा सी अपना काम करके, अपना पर्पस पूरा करके। बट अपने लिए न्यू टेस्टामेंट दे विच क्या है कि वो आके ठहर गया, वो तेरे विच रहिंदा है। ਉਹ ਵਾਲਾ ਵਰਸ ਯਾਦ ਕਰਵਾਓ ਮੈਨੂੰ ਕਿ ਜਿੱਥੇ ਲਿਖਿਆ ਕਿ ਮੇਰਾ ਜੋ ਦੇਹ ਹੈ, ਮੇਰਾ ਸ਼ਰੀਰ ਤੇਰਾ ਸ਼ਰੀਰ ਪਵਿੱਤਰ ਆਤਮਾ ਦਾ ਮੰਦਿਰ ਹੈ। ਯਾ ਤੇਰਾ ਸ਼ਰੀਰ ਪਵਿੱਤਰ ਆਤਮਾ ਦਾ ਮੰਦਿਰ ਹੈ, ਟੈਂਪਲ ਆਫ ਹੋਲੀ ਸਪਿਰਿਟ, ਕਿ ਉੱਥੇ ਡਵੈਲ ਕਰਦਾ ਹੈ ਨਾ। ਆਪਾਂ ਰੋਜ਼ ਤਾਂ ਘਰੋਂ ਬਾਹਰ ਨਹੀਂ ਰਹਿੰਦੇ ਨਾ, ਇੱਥੇ ਆਉਂਦੇ ਆ ਰਾਤ ਨੂੰ ਤੇ ਖੁਦਾ ਵੀ ਮਤਲਬ ਮੰਨ ਲਓ ਕਿ ਆਪਾਂ ਨੂੰ ਪੂਰਾ ਦਿਨ ਫੀਲ ਹੋਇਆ ਕਿ ਅੱਜ ਨਾ ਫੀਲ ਨਹੀਂ ਹੋਇਆ ਕੁਝ ਵੀ ਐਸਾ गिल्टी जा फील हो रहा है, कंडेमिनेशन फील हो रही थी कि कुछ गलत हो गया, करना नहीं चाहिए सी बट हो गया ऐसा कुछ, ठीक है। पूरा दिन गिल्ट, पूरा दिन गिल्ट। फिर मैंने एवं कई बार अपने रूम च एवं भी लगता भी हुण रात हो गई है, हुण पिता पवित्र आत्मा अपने घर वापस आने वाला है, मतलब मेरी रेल बनूगी, है ना। मतलब पूरा गिल्ट गिल्ट, क्योंकि ऐसा हो नहीं सकता कि कोई अपने घर रात को वापस ना आए। whether you go for jobs, चाहे आप स्कूल च जाने स्टडीज लिए जाने, चाहे जिथे मर्जी जाने, हाँ चाहे कम्मा तो आए राती अपने अपने घर च होंगे, है ना। तो इस चीज़ ਨੂੰ मैं एनकरेज ਅੱਜ ਲਿਖਿਆ ਨਹੀਂ ਸੀਗਾ बट मैं एनकरेज करना चाहनी ਇਸ ਚੀਜ਼ ਦੇ ਲਈ ਕਿ ਜੇ ਆਪਾਂ ਨੂੰ ਪੂਰਾ ਦਿਨ ਕੁਝ ਗਿਲਟ ਲੱਗਦਾ ਵੀ ਹੈ, ਕੁਝ ਕੰਡੈਮਨੇਸ਼ਨ, ਜ਼ਰੂਰੀ ਨਹੀਂ ਹੈ ਕਿ ਆਦਮ ਤੇ ਹਵਾ ਦੇ ਵਾਂਗ ਆਪਾਂ ਕੰਡੈਮਨੇਸ਼ਨ ਦੇ ਵਿੱਚ ਹੀ ਬੈਠੇ ਰਹੀਏ। ਬੀ ਹੈਪੀ ਕਿ ਰਾਤ ਹੋਣ ਵਾਲੀ, ਬੀ ਹੈਪੀ ਕਿ ਸ਼ਾਮ ਨੂੰ ਕਿਆ ਪਹਿਲਾਂ ਹੀ ਉਸ ਤੋਂ ਵਾਪਸ ਆਉਣ ਵਾਲਾ ਹੈ ਨਾ। ਖੁਦਾਵੰਦ ਦਾ ਰੂਹ ਵਾਪਸ ਆਉਣ ਵਾਲਾ ਇਸ ਘਰ ਤੇ, ਤੇ ਉਹ ਮੈਨੂੰ ਚੰਗਾ ਕਰੇਗਾ, ਮੇਰੇ ਨਾਲ ਗੱਲਬਾਤ ਕਰੇਗਾ, ਠੀਕ ਹੈ। ਔਰ ਇਸੇ ਚੀਜ਼ ਦੇ ਲਈ ਮੈਂ एनकरेज ਕਰਨਾ ਚਾਹਨੀ ਹਾਂ ਕਿ ਜੇ ਆਪਾਂ ਨੂੰ ਕਿਸੇ ਵੀ ਚੀਜ਼ ਦੀ ਜ਼ਰੂਰਤ ਹੈ, ਕੋਈ ਵੀ ਡਿਸੀਜਨਸ ਲੈਣੇ, ਲੈਟਸ ਬ੍ਰਿੰਗ ਅਨਟੂ ਹੋਲੀ ਸਪਿਰਿਟ ਕਿ ਖੁਦਾਵੰਦ ਦਾ ਰੂਹ ਸਾਨੂੰ ਗਾਈਡ ਕਰੇ ਪ੍ਰਭੂ। ਕਿ ਇੰਨੀਆਂ ਲੱਖਾਂ ਲੱਖਾਂ ਜੋ ਕਹਿ ਲਓ ਕਿ ਉਹ ਸੀਗੀਆਂ ਲੜਾਈਆਂ ਸੀ, ਉਹਨਾਂ ਲੋਕਾਂ ਨੇ ਲੜੀਆਂ ਉਸ ਜ਼ਮਾਨੇ ਦੇ ਵਿੱਚ ਤੇ ਉਹ ਜਿੱਤ ਗਏ। ਇੰਨੇ ਉਸ ਟਾਈਮ 'ਚ ਕਹਿ ਲਓ ਕਿ ਆ ਜੋ ਅੱਜ ਕੱਲ੍ਹ ਯੂਜ਼ ਕਰਦੇ ਆ ਵੈਪਨਸ ਨਾ, ਇੰਨੇ ਐਡਵਾਂਸ ਨਹੀਂ ਸੀਗੇ ਉਸ ਟਾਈਮ 'ਚ। ਪ੍ਰੈਕਟੀਕਲੀ ਦਾ ਫਿਜ਼ੀਕਲੀ ਲੜਾਈ ਹੁੰਦੀ ਹੋਵੇਗੀ, ਪਰ ਫਿਰ ਵੀ ਉੱਥੇ ਲਿਖਿਆ ਵੀ 66 ਜੋ ਵਾਰ ਸੀਗੀਆਂ ਉਹਨੇ डेविड ने जीतियां। ते बाकी और भी आप देखते भी जिन्नियां ने भी लड़ियां वो बड़ा जिते, बड़े योद्धे सीगे आप दे टाइम च, ठीक है। क्यों? क्योंकि उन्हां दा आत्मा उन्हां दे उपर बल नाल उतरदा सी, परमेश्वर दा आत्मा बल दे नाल उतरदा सीगा, ठीक है। और आपां भी एक्सपीरियंस कीता होएगा, कदे ना कदे तां कीता होएगा। और जे नहीं कीता ते उस च उन्हें सद्दा दिता कि यू कैन कम एंड आस्क, आ ते मेरे कोलों मांग ले। जो प्यासा होवे वो आ जाए, जो भुखा होवे वो आ जाए, ठीक है। और जो पानी वो कहंदा जो मैं पिलाऊंगा वो कदे फिर प्यासा नहीं होएगा, आमीन, है ना। ऐसा आत्मा नहीं है ये तो, मतलब इंडिकेशन मिल रही है कि वो कदे प्यासा नहीं होएगा। मतलब एवं नहीं होएगा कि आत्मा आया 2 घंटे ठहरिया, मान लो कि आप वीजा की दिक्कत ला लेने, चलो आया ठहरिया मेरे वीजा का काम करवाया तो चला गया, है ना। आया या फिर कुछ भी थोड़ी फैमिली इतने आएगा खत्म, उस तो बाद पवित्र। पर वो एवं नहीं हो कि वो कदे प्यासा नहीं होएगा। मतलब वो होली स्पिरिट कदे भी आपन छड़ के नहीं जाएगा, कदे भी छड़ के नहीं जाएगा, वो हमेशा उत्थे ही रहेगा, ठीक है। तो मैंने बुला, उत्थे लिखा 91 साम दे विच ना, कॉल अपॉन मी एंड आई विल आंसर। मैंने पुकार ते मैं तेरी सुन के उत्तर दूंगा, मैंने पुकार ते मैं तेरी सुन के उत्तर दूंगा। उत्तर कदों आएगा? उस तो पहला एक कंडीशन है, मैनू पुकार ते मैं तेरी सुन के तेनू उत्तर दूंगा। कदे आप कदे कदे एवें बिलीव करदे जदों आप ज्यादा ओवर रिलीजियस हो जांदे ना, जदों मैं जिवें पहला सीगी, है ना, ओवर रिलीजियस हो जांदे, खुदा करेगा तो नहीं, मैं नहीं एवें, मैं प्रार्थना भी नहीं करती, मैं कुछ नहीं, मतलब मैं बिलीव करदे खुदा नूं सब पता है, वो सुन लैंदा है। बट उत्थे लिखिया कि मैनू पुकार, अपना मुंह खोल दे, अपना मुंह खोल के पुकार मैनू ते मैं तेनू सुन के तेनू उत्तर दूंगा, ठीक है। डोंट कीप योर माउथ शट, अपना ਆਪਾਂ ਮੂੰਹ ਨਾ ਚੁੱਪ ਰੱਖੀਏ ਜਸਟ ਬਿਕੋਜ਼ ਆਪਾਂ ਨੂੰ ਪਤਾ ਹੈ ਕਿ ਪਰਮੇਸ਼ਰ ਮੌਜੂਦ ਹੈ। ਕੁਝ ਅਥਾਰਟੀਜ਼ ਉਹਨੇ ਆਪਣੇ ਮੂੰਹ ਦੇ ਵਿੱਚ ਆਪਾਂ ਨੂੰ ਦਿੱਤੀਆਂ ਨੇ, ਹਾਲੇਲੂਇਆ, ਅਧਿਕਾਰ ਦੇ ਨਾਲ। ਤੇ ਜਦੋਂ ਪਵਿੱਤਰ ਆਤਮਾ ਅੱਜ ਜਾ ਕੇ ਟਰਾਈ ਵੀ ਕਰਨਾ ਕਿ ਸੱਚਮੁੱਚ ਖੁਦਾ ਮੈਨੂੰ ਟਰਾਈ ਕਰਨਾ ਹੈ, ਜਸਟ ਬੀ ਪ੍ਰੈਕਟੀਕਲ, ਦੋਸਤੀ ਵਾਂਗੂ ਗੱਲ ਕਰਦੇ ਆ, ਇੱਕ ਬੈਸਟ ਫਰੈਂਡ ਦੇ ਵਾਂਗੂ ਗੱਲ ਕਰਨਾ ਵੀ ਹਾਂ ਵੀ ਤੇਰਾ ਕੀ ਮਤਲਬ ਕੀ ਲੈਣਾ ਦੇਣਾ ਪਰਮੇਸ਼ਰ, ਐਵੇਂ ਨਹੀਂ ਕਿ ਸਿਰਫ ਇੱਥੇ ਪੜਿਆ ਤੇ ਮੈਨੂੰ ਸਮਝ ਆ ਗਿਆ ਕਿ ਬਹੁਤ ਹੀ ਕਿ ਹੋਲੀ ਚੀਜ਼ ਹੈ ਨਾ। ਪਰ ਮੈਂ ਤੈਨੂੰ ਮਹਿਸੂਸ ਕਰਨਾ ਚਾਹਨਾ खुदा, लेट्स ट्राई खुदा कि तेरा आत्मा मेरे ऊपर है या नहीं। क्या मैं आप प्रार्थना करदा घुटने ते आके आ खड़ा करदा, मैं डिक्लेयर करदा कि तेरे कोड़े खान दे नाल मैं चंगा हो गया। मैं डिक्लेयर करदा कि कोई भी हथियार जो मेरे विरोध च बनाया गया सफल ना होएगा, चाहे रिटर्न है, चाहे कई बार अपन रिजेक्शंस दे दिंदे ना रिटर्न च कि आह रिजेक्शंस है, इन्हां दी ये रिजेक्शन है, तुसी अप्रूव नहीं होया, ये डॉक्यूमेंट घट है, वो ज्यादा है, कुछ भी, चाहे रिटर्न वेपन दे। जदों मैं पढ़ रही इंग्लिश में लिखे नो वेपन फॉर्म्ड अगेंस्ट यू शैल प्रिवेल, भी कोई भी हथियार जो तेरे विरोध के लिए बनाया गया है, तेरी हानि लिए बनाया गया है,
ਉਹ ਸਫਲ ਨਾ ਹੋਵੇਗਾ। ਤੇ ਜਦੋਂ ਆਹ ਵਾਲੀ ਆਪਾਂ ਲਾਈਨ ਪੜ੍ਹਦੇ ਵੀ ਕੋਈ ਵੀ ਹਥਿਆਰ, ਉਹਦੇ ਅੱਗੇ ਐਵੇਂ ਬ੍ਰੈਕਟ 'ਚ ਨਹੀਂ ਲਿਖਿਆ ਵੀ ਜਿਹੜਾ ਤਿੱਖਾ ਹੋਏਗਾ, ਜਿਹੜਾ ਛੋਟਾ ਹੋਏਗਾ, ਵੱਡਾ ਹੋਏਗਾ, ਜਾਂ ਫਿਰ ਰਿਟਨ ਹੋਏਗਾ, ਜਾਂ ਫਿਰ ਵਰਬਲ ਹੋਏਗਾ। ਮੂੰਹ ਤੋਂ ਬੋਲ ਕੇ ਵੀ ਆਪਾਂ ਇਹ ਵੀ ਬੜੇ ਤਿੱਖੇ ਹਥਿਆਰ ਨੇ, ਮਤਲਬ ਨਾ ਆਪਣੇ ਮੂੰਹ ਤੇ ਕੁਝ ਵੀ ਨਹੀਂ ਲਿਖਿਆ ਕਿ ਵਰਬਲ, ਨॉन ਵਰਬਲ, ਫਿਜ਼ੀਕਲ, ਪ੍ਰੈਕਟੀਕਲ, ਸਪਿਰਿਚੁਅਲ, ਕੁਝ ਵੀ ऐसा ब्रैकेट 'ਚ ਕੁਝ ਨਹੀਂ ਲਿਖਿਆ। ਮਤਲਬ ਇਤਨੇ ਸਾਰੇ ਹਥਿਆਰ ਇਨਕਲੂਡ ਹੋ ਜਾਂਦੇ ਜੋ ਆਤਮਿਕ ਖੇਤਰ ਦੇ ਵਿੱਚ ਵੀ ਨੇ, ਜੋ ਸਰੀਰਕ ਖੇਤਰ ਵਿੱਚ ਵੀ ਨੇ, ਚਾਹੇ ਉਹ ਗਨਸ ਹੈਗੀਆਂ, ਚਾਹੇ ਉਹ ਪੋਇਜ਼ਨ ਹੈ, ਚਾਹੇ ਉਹ ਰਿਟਨ ਡਾਕੂਮੈਂਟੇਸ਼ਨ ਹੈ, ਚਾਹੇ ਕਿਸੇ ਦੇ ਵਚਨਾਂ ਦੇ ਦੁਆਰਾ ਤੁਹਾਨੂੰ ਕਿਸੇ ਨੇ ਘਾਤ ਕੀਤਾ ਹੈ, ਮਾਰਿਆ ਉਹਨਾਂ ਨੇ, ਕਿ ਐਸਾ ਤਾਂ ਤੇਰੇ ਲਈ ਨਹੀਂ ਹੋਏਗਾ, ਤੇਰੇ ਲਈ ਕਦੇ ਐਸਾ ਨਹੀਂ ਹੋਏਗਾ। ਸੋਚਦਾ ਰਹੇ ਪਰ ਹੋਏਗਾ ਨਹੀਂ। ਠੀਕ ਹੈ, ਕੀ ਕਰਨਾ ਉੱਠ ਕੇ ਪਵਿੱਤਰ ਆਤਮਾ ਦੇ ਨਾਲ ਆਪਾਂ ਗੱਲ ਕਰਦੇ ਹਾਂ ਕਿ ਪਵਿੱਤਰ ਲੈਟਸ ਟਰਾਈ। ਤੇਰਾ ਵਚਨ ਕਹਿੰਦਾ ਹੈ ਕਿ ਮੰਗ ਤੇ ਮੈਂ ਤੇਰੀ ਸੁਣ ਕੇ ਉੱਤਰ ਦਾਂਗਾ। ਵੈਸੇ ਸਮੇਂ ਤੇਰੇ ਪਵਿੱਤਰ ਆਤਮਾ ਦਾ ਨਿਊ ਫਰੈਸ਼ ਮਸਾ ਮੰਗ ਲੈਂਦੀ ਆ, ਮੈਨੂੰ ਰਿਨਿਊ ਕਰ ਆਪਣੇ ਆਤਮਾ। ਉੱਥੇ ਦਾਊਦ ਦੇ ਜੋ 51 ਸਾਮ 'ਚ ਲਿਖਿਆ ਨਾ ਕਿ ਮੈਨੂੰ ਆਪਣਾ ਆਤਮਾ ਨਵੇਂ ਸਿਰੇ ਤੋਂ ਦੇ, ਨਵੇਂ ਸਿਰੇ ਤੋਂ, ਨਵੇਂ ਸਿਰੇ ਤੋਂ। ਮਤਲਬ ਇਹ ਵੀ ਕੁਝ ਚੀਜ਼ ਤਾਂ ਹੋਏਗੀ ਨਾ, ਮਤਲਬ ਆਤਮਾ ਹੈ ਚਲੋ, ਪਰ ਆਪਾਂ ਫਿਰ ਵੀ ਇੱਕ ਦੁਆਰਾ ਪ੍ਰਾਰਥਨਾ ਕਰ ਸਕਦੇ ਹਾਂ ਕਿ ਖੁਦਾ ਅੱਜ ਆਪਣਾ ਆਤਮਾ ਮੈਨੂੰ ਨਵੇਂ ਸਿਰੇ ਤੋਂ ਫਿਰ ਤੋਂ ਦੇ। ਠੀਕ ਹੈ, ਤੇ ਹੁਣ ਮੈਂ ਪ੍ਰਾਰਥਨਾ ਕਰਦੀ ਹਾਂ ਯਿਸੂ ਮਸੀਹ ਦੇ ਨਾਮ 'ਚ, ਮੈਂ ਡਿਕਲੇਅਰ ਕਰਦੀ ਹਾਂ ਕਿ ਕੋਈ ਵੀ ਹਥਿਆਰ ਜੋ ਮੇਰੀ ਹਾਨੀ ਦੇ ਲਈ ਬਣਾਇਆ ਗਿਆ ਸਫਲ ਨਾ ਹੋਏਗਾ। ਜਿੰਨੇ ਲੋਕੀ ਮੇਰੇ ਵਿਰੋਧ 'ਚ ਆਉਂਦੇ ਆ, ਉਹ ਜਿੰਨੇ ਵੀ ਨਾਲਿਸ਼ਾਂ ਲਗਾਉਂਦੇ ਉਹ ਸਫਲ ਨਾ ਹੋਣਗੇ। ਔਰ ਜੋ ਜੋ ਸ਼ੈਤਾਨ ਨੇ ਡੋਰਸ ਬੰਦ ਕੀਤੇ, ਮੈਂ ਯਿਸੂ ਮਸੀਹ ਦੇ ਨਾਮ 'ਚ ਅਸੀਂ ਉਹਨਾਂ ਨੂੰ ਖੋਲ ਦਿੰਦੇ ਹਾਂ। ਆਮੀਨ। ਅਸੀਂ ਖੋਲ ਦਿੰਦੇ ਹਾਂ ਯਿਸੂ ਮਸੀਹ ਦੇ ਨਾਮ 'ਚ। ਔਰ ਕੁਝ ਵੀ ਐਸਾ ਨਹੀਂ ਹੈ ਕਿ ਯਹੋਵਾ ਮੇਰੇ ਲਈ ਪੂਰਾ ਨਹੀਂ ਕਰ ਸਕਦੇ। ਜੋ ਪਰਮੇਸ਼ਰ ਮੇਰੀ ਔਰ ਹੈ ਤਾਂ ਮਨੁੱਖ ਮੇਰਾ ਕੀ ਕਰ ਸਕਦਾ ਹੈ? ਜੋ ਪਰਮੇਸ਼ਰ ਆਪਣੀ ਔਰ ਹੈ ਤੇ ਕੌਣ ਸਾਡੇ ਵਿਰੋਧ ਦੇ ਵਿੱਚ ਹੋ ਸਕਦਾ ਹੈ? ਕੋਈ ਵੀ ਨਹੀਂ, ਕੋਈ ਵੀ ਨਹੀਂ। ਮੇਰਾ ਅਨੁਗ੍ਰਹ ਤੇਰੇ ਲਈ ਕਾਫੀ ਹੈ। ਕਿੰਨੇ ਹੀ ਵਚਨ ਹੈ, ਮਤਲਬ ਜੋ ਉਹ ਪਵਿੱਤਰ ਆਤਮਾ ਤੁਹਾਨੂੰ ਤੁਹਾਡੀ ਸਿਚੁਏਸ਼ਨਸ ਦੇ ਅਕੋਰਡਿੰਗ ਦਿਖਾਏਗਾ। ਠੀਕ ਹੈ, ਬਟ ਮੈਂ ਚਾਹੁੰਦੀ ਹਾਂ ਕਿ ਆਪਾਂ ਨੂੰ ਟਰਾਈ ਕਰੀਏ, ਚੱਖੀਏ। ਉੱਥੇ ਲਿਖਿਆ ਤਾਂ ਯਹੋਵਾ ਨੇ ਕਿਹਾ ਸਿਰਫ ਆਫਰਿੰਗਸ ਦੇ ਹਿੱਸੇ ਵਿੱਚ ਨਹੀਂ ਹੈ ਕਿ ਤੂੰ ਮੈਨੂੰ ਚੱਕ ਤਾਂ ਮੈਂ ਤੇਰੇ ਖੱਤੇ ਭਰ ਦੂੰਗਾ। ਚੱਕ ਸਿਰਫ ਆਫਰਿੰਗਸ ਦੇ ਵਿੱਚ ਹੀ ਆਪਾਂ ਚੱਕ ਕਰੀਏ। ਲੈਟਸ ਪੁੱਟ ਇਟ ਕਿ ਹਰ ਇੱਕ ਆਪਾਂ ਉਹਦੀ ਐਪਲੀਕੇਸ਼ਨ ਹਰ ਚੀਜ਼ ਦੇ ਵਿੱਚ ਲਗਾ ਕੇ ਦੇਖੀਏ। ਖੁਦਾ ਨੇ ਤੇਰਾ ਵਚਨ ਟਰਾਈ ਕਰਨਾ ਹੈ। ਆਮੀਨ। आज मैंने तेरा वचन ट्राई करना है। मेरे कितने मेरे पासपोर्ट्स है ना, कितने मेरी जॉब दी कंटेंट्स, कितने मेरा प्रोजेक्ट, कितने मेरी फाइल्स, जो भी चीज़ां ने है ना हथ लगाने। क्योंकि तुसी नहीं करनी प्रार्थना, जे थोड़ी होंदी ना, जे ज्योति दी होंदी, नवजोत दी, दीपक दी, थोड़ी जकरिया दी, हीरा दी है ना, सिस्टर थोड़ी, ब्रदर थोड़ी, अपनी फैमिली कुछ भी जो थोड़ियां प्रार्थना होंदियां ना, तो फिर तो बेअसर ने। पर आप अपने आप च कॉन्फिडेंस रख ही नहीं रहे। आप कह रहे कि आ मैं नहीं, परमेश्वर आज तेरा आत्मा, क्योंकि उत्थे लिखा है कि जब तू नहीं जानता कि क्या प्रार्थना करनी है, मेरा आत्मा तेनू दसेगा, तेरी अगुवाई करेगा कि क्या क्या प्रार्थना। मेरा आत्मा तेरे लिए आहा भरेगा। जब उत्थे चुपचाप होके भी आप एक सिर्फ हंझू भी टेक देने वाला कि हॉली स्पिरिट कम, जैसी प्रार्थना करनी है कर। रोना आ रहा है ना, वो भी कर देना, क्योंकि लोकी तो आप जब कोई रोंदे तो आप कहने भी चुप नहीं रोना, प्लीज ना रो, प्लीज ना। ते मैंने वो भी इंपॉर्टेंट लगता है, पता क्यों? क्योंकि उत्थे बच्चा लिखा कि वो तेरे हंझुआं नूं कुप्पी दे विच रख लेंदा है। इट मींस कि अपने टीयर्स दे मैटर्स टू गॉड। आमीन। और परमेश्वर दे ਲਈ ਆਪਣੇ ਹੰਝੂ ਮਾਇਨੇ ਰੱਖਦੇ ਆ। ਜੇ ਮਾਇਨੇ ਨਾ ਰੱਖਦੇ ਨਾ ਤੇ ਆ ਬਚਨ ਉੱਥੇ ਆਣਾ ਨਹੀਂ ਸੀਗਾ ਹੰਝੂਆਂ ਤੋਂ ਰਿਲੇਟਡ। ਇਟ ਮੀਨਸ ਕਿ ਉਹ ਵੀ ਇੱਕ ਪ੍ਰਾਰਥਨਾ ਹੈ, ਇੱਕ ਆਪ ਕਰਨੀ ਉਹ ਵੀ ਪ੍ਰਾਰਥਨਾ। ਮੈਂ ਨਹੀਂ ਕਹਿੰਦੀ ਰੋ, ਬਟ ਲੈਟਸ ਟਰਾਈ ਕਿ ਤੁਹਾਡਾ ਇੱਕ ਰਿਲੇਸ਼ਨਸ਼ਿਪ ਹੈ। ਮੈਂ ਚਲੋ ਜੱਗੂ ਮੇਰੀ ਫਰੈਂਡ ਹੈ, ਇਹ ਸਾਰੇ ਮੇਰੇ ਫਰੈਂਡਸ ਹੈ ਨਾ, ਆਪਾਂ ਟਰਾਈ ਕਰਦੇ ਆ ਕਿ ਚਲੋ ਫਰੈਂਡਸ ਮੇਰੇ ਨਾਲ ਚੱਲੂਗੀ, ਉੱਥੇ ਚੱਲੂਗੇ ਨਾ, ਆਪਾਂ ਚੱਲੀਏ ਕਾਫੀ ਪੀ ਕੁਝ। ਕਦੇ ਕਦੇ ਤਾਂ ਹੁਣ ਮੰਨ ਲਓ ਨਾ 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 ਉਹ ਨਾ ਹੀ ਕਰੀ ਜਾਏ, ਠੀਕ ਹੈ, ਤੇ ਫਿਰ ਇੱਕ ਹੋ ਜਾਂਦਾ ਮਤਲਬ ਮੈਂ ਉਹਦੇ ਲਈ ਇੰਨਾ ਕਰ ਰਹੀ ਹਾਂ ਤੇ ਉਹ ਮੈਨੂੰ ਜਸਟ 5 ਮਿੰਟ ਵੀ ਨਹੀਂ ਦੇ ਪਾ ਰਹੀ ਆਪਣੀ ਲਾਈਫ ਤੇ, ਹੈ ਨਾ। ਲੈਟਸ ਟੂਗੇਦਰ ਕਿ ਜੇ ਕੋਈ ਅੱਜ ਕੁਝ ਰੀਡ ਕਰੀਏ ਆਪਾਂ, ਹੈ ਨਾ, ਨਹੀਂ ਕਦੇ ਕਰਾਂਗੇ। ਤੇ ਇੱਕ ਹੋ ਜਾਂਦਾ ਬੰਦਾ ਕਿ ਮੇਰੇ ਨਾਲ ਨਾ ਇੱਕ ਮਨ ਹੋ ਰਹੀ ਹੈ, ਨਾ ਮੇਰੇ ਨਾਲ ਕਿੱਥੇ ਉਹ ਕਿਸੇ ਚੀਜ਼ ਨੂੰ ਮੈਂ ਇੰਜੋਏ ਕਰਨਾ ਚਾਹ ਰਹੀ, ਤਾਂ ਉਹ ਵੀ ਫਿਰ ਕਿਆ, ਤੇ ਕਿਆ ਹੋਲੀ ਸਪਿਰਿਟ ਆਪਣਾ ਫਰੈਂਡ ਨਹੀਂਗਾ, ਪਵਿੱਤਰ ਆਤਮਾ ਆਪਣਾ ਦੋਸਤ ਨਹੀਂਗਾ ਕਿ ਆਪਾਂ ਕਦੇ ਉਹਦੇ ਨਾਲ ਬੈਠ ਕੇ ਕਿ ਖੁਦਾ ਇੱਕ ਮਨ ਹੈਗੀ ਮੇਰੇ ਨਾਲ, ਆਪਾਂ ਸਹਿਮਤੀ 'ਚ ਹਾਂ ਕਿ ਨਹੀਂ ਖੁਦਾ ਮੈਨੂੰ ਲੈ ਕੇ ਆਓ। ਰਾਜਾ ਹੀ ਐਨਕਰੇਜ ਕਰੂੰਗੀ ਕਿ ਪਵਿੱਤਰ ਆਤਮਾ ਕੌਣ ਹੈ, ਉਹ ਤਾਂ ਡਿਸਕ੍ਰਾਈਬ ਹੋ ਹੀ ਨਹੀਂ ਸਕਦਾ, ਪਰ ਲੈਟਸ ਟਰਾਈ ਯੂਰਸੈਲਫ ਕਿ ਉਹ ਕੌਣ ਹੈ। ਆਪਣੇ ਲਈ ਖੁਦ ਪਹਿਚਾਨ ਲਓ, ਆਪਣੇ ਲਈ ਖੁਦ ਜਾਣ ਲਓ ਕਿ ਤੁਹਾਡੇ ਲਈ ਕੀ ਹੈ, ਠੀਕ ਹੈ। ਔਰ ਓਲਡ ਟੈਸਟਾਮੈਂਟ ਦੇ ਵਾਂਗ ਨਹੀਂ ਕਿ ਉਹ ਆਇਆ ਸੀਗਾ, ਉਹ ਵੀ ਬਹੁਤ ਵਧੀਆ ਸੀ, ਆਇਆ ਠਹਿਰਾ ਕੰਮ ਕੀਤਾ ਚਲਾ ਗਿਆ, ਬਟ ਨਿਊ ਟੈਸਟਾਮੈਂਟ ਦੇ ਵਿੱਚ ਆਪਾਂ ਹੈਗੇ ਆ ਤੇ ਉੱਥੇ ਉਹ ਕੀ ਲਿਖਿਆ, ਉਹ ਆ ਕੇ ਠਹਿਰ ਜਾਏਗਾ, ਆਮੀਨ। ਉਹ ਫਿਰ ਤੈਨੂੰ ਛੱਡ ਕੇ ਨਹੀਂ ਜਾਏਗਾ, ਉਹ ਉੱਥੇ ਹੀ ਹੈ। ਔਰ ਜੇ ਸ਼ੈਤਾਨ ਆਪਾਂ ਨੂੰ ਪੂਰੇ ਦਿਨ ਦੇ ਵਿੱਚ ਗਿਲਟ ਫੀਲ ਕਰਵਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਚਲੋ ਆ ਤਾਂ ਸੁਣ ਲਿਆ, ਲਿਖਿਆ ਹੋਇਆ ਉੱਥੇ ਤੇ ਪਤਾ ਸੀ, ਇਹ ਤਾਂ ਸਾਨੂੰ ਵੀ ਪਤਾ ਸੀਗਾ, ਜਾਂ ਫਿਰ ਚਲੋ ਹੁਣ ਕੀ ਕਰਾਂ, ਦੁਬਾਰਾ ਮੈਂ ਮੂਡ ਆਫ ਹੋ ਗਈ, ਠੀਕ ਹੈ, ਉਹ ਵਾਲਾ ਗੱਲ ਯਾਦ ਰੱਖੋ ਬਈ, ਵਾਪਿਸ ਘਰ ਜ਼ਰੂਰ ਆਏਗਾ। ਸ਼ਾਮ ਹੋਣ ਵਾਲੀ ਹੈ, ਰਾਤ ਕਿੰਨੀ ਕੁ ਦੇਰ ਤੱਕ ਸ਼ੈਤਾਨ ਆਪਾਂ ਨੂੰ ਗਿਲਟ ਫੀਲ ਕਰਵਾਉਂਦਾ ਰਹੇਗਾ। ਜਦੋਂ ਉਹਦਾ ਆਤਮਾ ਦੁਬਾਰਾ ਤੋਂ ਉਸ ਘਰ ਦੇ ਵਿੱਚ ਐਂਟਰ ਕਰੇਗਾ ਨਾ, ਕਿਉਂਕਿ ਉੱਥੇ ਹੀ ਉਹ ਸਿਰਫ ਇੰਤਜ਼ਾਰ ਕਰ ਰਿਹਾ ਆਪਣਾ, ਦੁਬਾਰਾ ਐਂਟਰ ਕਰੇਗਾ ਨਾ ਤਾਂ ਫਿਰ ਸਹੀ ਹੋ ਜਾਏਗਾ। ਤੇ ਉਸ ਗਿਲਟ ਨੂੰ ਆਪਣੇ ਪਰ ਹਾਵੀ ਨਹੀਂ ਆਉਂਦੇ ਨਾ ਕਦੇ ਵੀ, ਔਰ ਉਸ ਗਿਲਟ ਦੇ ਵਿੱਚ ਆਪਾਂ ਨਾ ਜਾਈਏ, ਕਿਉਂਕਿ ਇਹੀ ਪਵਿੱਤਰ ਆਤਮਾ ਉਹ ਆਪਾਂ ਨੂੰ
क्या काम है ਉਹਦੇ ਪਵਿੱਤਰ ਆਤਮਾ ਦੇ? ਉਹ ਤਾਂ ਬਹੁਤ ਸਾਰੇ ਆ ਕਿ ਆਪਾਂ ਨੂੰ ਟੀਚਿੰਗ ਕਰਦਾ, ਆਪਾਂ ਨੂੰ ਕੰਫਰਟ ਦਿੰਦਾ, ਕਾਉਂਸਲਿੰਗ ਦਿੰਦਾ, ਆਪਾਂ ਨੂੰ ਚੰਗਾ ਕਰਦਾ ਤੇ ਬੱਚਿਆਂ ਜੋ ਸਮਝ ਨਹੀਂ ਆਉਂਦਾ ਨਾ ਤੇ ਇਹਦੇ ਲਈ ਵੀ ਆਪਾਂ ਪ੍ਰਾਰਥਨਾ ਕਰੀਏ ਕਿ ਖੁਦਾ ਤੇਰਾ ਰੂਹ ਪਾਕ ਮੈਨੂੰ ਸਿਖਾਏ ਔਰ ਮੈਨੂੰ ਐਸੇ ਐਸੇ मेरे एग्जैक्ट मेडिसिन दस दे खुदा कि मेरी जो डिजीज है, जो इलनेस है, जो सिकनेस है ना, हम आप डॉक्टर को क्यों जाने क्यों जाने आप डॉक्टर को ज्योति क्यों जाने आप डॉक्टर को पर फिर तुसी उत्थे इलेक्ट्रीशियन कोल क्यों नहीं चले जांदे? इलेक्ट्रीशियन दी प्रॉब्लम होंदी ते इलेक्ट्रीशियन हां मतलब एवे ना प्लम्बर कोल क्यों नहीं चले जांदे आप? वी नो एडे माइंडफुल हो ना आप इंसान, वी नो कि स्पेसिफिकली अपना डॉक्टर को ही जाना है ना कि की बीमारी है मेरी तो ਉੱਥੇ ਵੀ ਇੰਨੇ ਡਿਪਾਰਟਮੈਂਟ ਬਣੇ ਹੋਏ ਆ ਮਤਲਬ ਲੀਵਰ ਦਾ ਕੋਈ ਹੋਰ, ਅੱਖਾਂ ਵਾਲਾ ਕੋਈ ਹੋਰ, ਨੱਕ ਕੰਨ, ਕਿੰਨੇ ਸਪੈਸ਼ਲਿਟੀਜ਼ ਆਪਾਂ ਸਪੈਸ਼ਲਿਟੀ ਚ ਜਾਂਦੇ ਨਾ ਕਿ ਕੈਂਸਰ ਵਾਲੇ ਚ ਵਗ ਗਏ ਮੈਨੂੰ ਬੁਖਾਰ ਹੈ ਨਾ ਮਤਲਬ ਨਹੀਂ ਮਤਲਬ ਸਪੈਸ਼ਲਿਟੀ ਦੇਖ ਕੇ ਜਾਂਦੇ ਆ ਤੇ ਇਦਾਂ ਹੀ ਜੇ ਆਪਾਂ ਸੰਸਾਰ ਦੇ ਵਿੱਚ ਇੰਨੀ ਸਪੈਸ਼ਲਿਟੀ ਰੂਮ ਦੇਖ ਸਕਦੇ ਆ ਹੈਨਾ ਤੇ ਪਰਮੇਸ਼ਰ ਦੇ ਆਤਮਾ ਨੂੰ ਵੀ ਆਪਾਂ ਕਹਿ ਸਕਦੇ ਆ ਕਿ ਖੁਦਾ ਮੈਨੂੰ ਸਪੈਸ਼ਲਿਟੀ ਦਿਖਾ, ਮੇਰੀ ਬਿਮਾਰੀ ਕੀ ਹੈ ਹੈਨਾ ਉਹਦਾ ਮੁੱਦਾ ਸਹੀ ਸਹੀ ਕਿਹੜਾ ਵਚਨ ਉਹਦੇ ਤੇ ਫਿੱਟ ਹੋਏਗਾ, ਪਵਿੱਤਰ ਆਤਮਾ ਮੈਨੂੰ ਦਿਖਾ ਦੇ ठीक है। जो रोना है रो लेना शायद वही होएगा, इस मर्ज की दवाई वही होएगी है ना, चाहे वो कहे वर्शिप कर देना, क्या पता वही दवाई होए है ना, क्या पता बच्चों की डिक्लेरेशन के कोई भी हथियार मैं कैंसिल कर दिया है ना, कुछ भी होएगा तुसी डिक्लेयर करना कि अपना इन्नी स्पेसिफिकली वो बीमारी पता है ना पवित्र आत्मा नूं ते उन्हें मर्ज भी पता, उस दा कह लो कि एक मेडिसिन भी उन्हें रेमेडीज पता है, ठीक है। तो आई मैं एनकरेज करना चाहूँगी कि अपने बाल तो नहीं, अपनी शक्ति तो नहीं, आज पूरी रीति ना पूरी तरह सरैंडर कर देना कि ਅਸੀਂ ਹਾਰ ਮੰਨ ਗਿਆ, ਅਸੀਂ ਹਾਰ ਮੰਨ ਗਏ, ਜਿੱਥੇ ਜਿੱਥੇ ਅਸੀਂ ਸੋਚਿਆ ਨਾ ਕਿ ਅਸੀਂ ਬਹੁਤ ਬੁੱਧੀਮਾਨ ਆ, ਸਾਰਾ ਕੁਝ ਕਰ ਲਾਂਗੇ, ਸਭ ਠੀਕ ਜਾ ਰਿਹਾ ਸੀ, ਐਵੇਂ ਲੱਗ ਰਿਹਾ ਸੀਗਾ ਕਿ ਸਭ ਕੰਮ ਹੋ ਗਿਆ, ਪੈਸੇ ਵੀ ਆ ਗਏ, ਜੌਬ ਵੀ ਚੱਲ ਰਹੀ, ਸਭ ਕੁਝ ਸਡਨਲੀ ਕੀ ਹੋ ਗਿਆ, ਅੱਜ ਅਸੀਂ ਸਰੈਂਡਰ ਕਰਦੇ ਆ ਪ੍ਰਭੂ, ਸਰੈਂਡਰ ਕਰਦੇ ਆ ਔਰ ਥੈਂਕਸ ਕਰਦੇ ਆ ਇਸ ਚੀਜ਼ ਦੇ ਲਈ ਖੁਦਾ ਕਿ ਤੁਸੀਂ ਨੀਵਾ ਕੀਤਾ ਕਿ ਸਾਨੂੰ ਨਾ ਯਾਦ ਰਹੇਗਾ ਇੱਥੇ ਕਦੇ ਨਾ ਕਦੇ ਕਿ ਹਰ ਇੱਕ ਕੰਮ ਮੇਰੇ ਵੱਸ ਦੀ ਗੱਲ ਨਹੀਂ ਹੈ, हर एक काम मेरे वास दी गल नहीं है, कुछ ऐसे भी किस्से ने जिथे खुदा ने काम किया, नहीं तो आप प्राइड च आ जाएंगे, प्राइड च मेरे को फैमिली है, मेरे को बच्चे है, मेरे को वो है, मेरे को जॉब्स है, मेरे को पैसा है ना, सब सेटल डाउन है, कुछ फिर प्राइड च आ जाएंगे, मैनू बच्चे ना आंदा मैं चर्च जानी, मैं चर्च से जुड़ी, प्राइड आ जाएगी। बेस्ट है कि एक ना एक हिस्सा ओके ओ केड़ा वचन सीगा मैनू न्यू टेस्टामेंट दे ओ जदों पौलुस कहंदा कि एक पतरस के पौलुस कहंदे कि जदों मेरे एक जो चौन है कंडा है हाँ पौलुस ना हिंदी च पौलुस हाँ पौलुस कहंदा कि मेरे एक कंडा है जो मैं मतलब प्रार्थना तो करदा भी हो निकल जाए पर निकलदा नहीं, तो मैं लगता भी शायद एक कंडा होएगा भी तू हंबल ही रह चुकिया रह एक केस तो ठीक है, अपने भी कोई ना कोई ऐसे एक अद्धा कंडा होएगा, सो लेट इट बी, जे अपन हंबल बनांदे रहिए तो लेट इट बी के उत्थे याद रखिए कि उस एरिया च सिर्फ खुदा ही काम कर सकदा है। थैंक यू लॉर्ड, थैंक यू जीसस। और टॉपिक सीगा और बाकी ਦਾ ਹਿੱਸਾ ਆਪਾਂ ਫਿਰ ਜਦੋਂ ਵੀ ਆਪਾਂ ਨੂੰ ਖੁਦਾਵੰਦ ਆਪਾਂ ਨੂੰ ਮੌਕਾ ਦੇਗਾ ਆਪਾਂ ਕਰਾਂਗੇ, ਔਰ ਬਾਕੀ ਇੰਨਾ ਮੈਂ ਹਲੇ ਡੀਪ ਦੇ ਵਿੱਚ ਨਹੀਂ ਪਈ, ਜਿਸ ਸਿਰਫ ਤੁਹਾਨੂੰ ਐਨਕਰੇਜ ਕਰਨ ਦੇ ਲਈ, ਤੇ ਨੈਕਸਟ ਟਾਈਮ ਇਹਦੇ ਵਿੱਚ ਆਪਾਂ ਡੈਪਥ ਦੇ ਵਿੱਚ ਜਾਵਾਂਗੇ।